ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। US ਅਤੇ UK ਲਈ 에ਅਰ ਇੰਡੀਆ ਹਰ ਹਫ਼ਤੇ ਵਿੱਚ 20 ਹੋਰ ਵਾਧੂ ਉਡਾਣਾਂ ਕਰੇਗੀ ਸ਼ੁਰੂ। ਬਾਈਡਨ ਦੀ ਪੁਤਿਨ ਨੂੰ ਚੇਤਾਵਨੀ, ਕਿਹਾ ਨਾਟੋ ਦੇਸ਼ਾਂ ਦੀ 1-1 ਇੰਚ ਜ਼ਮੀਨ ਦੀ ਰੱਖਿਆ ਲਈ ਤਿਆਰ। ਕੈਨੇਡਾ 'ਚ ਅਮਰੀਕਾ ਤੇ ਮੈਕਸੀਕੋ ਤੋਂ ਡਰੱਗ ਮੰਗਵਾਉਣ ਦੇ ਦੋਸ਼ ਵਿੱਚ 3 ਪੰਜਾਬੀਆਂ ਸਣੇ 20 ਲੋਕ ਗ੍ਰਿਫਤਾਰ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ, ਆਜ਼ਾਦ, ਸਥਿਰ ਤੇ ਸੁਰੱਖਿਆ ਇੰਡੋ ਪੈਸੀਫਿਕ ਖੇਤਰ ਲਈ ਵਚਨਬੱਧ ਹੈ ਅਮਰੀਕਾ। ਅਮਰੀਕਾ ਦੇ ਟੈਕਸਾਸ ਵਿੱਚ ਗੋਲੀਬਾਰੀ, 2 ਪ੍ਰਵਾਸੀਆਂ ਸਣੇ 7 ਮੌਤਾਂ। ਰੂਸ ਲਈ ਜਸੂਸੀ ਕਰ ਰਹੇ ਅਮਰੀਕੀ ਡਾਕਟਰ ਤੇ ਪਤਨੀ FBI ਦੇ ਜਾਲ ਵਿੱਚ ਫਸੇ। ਅਫਗਾਨਿਸਤਾਨ ਵਿੱਚ ਬੰਬ ਧਮਾਕਾ, 100 ਵਿਦਿਆਰਥੀਆਂ ਦੇ ਮਾਰੇ ਜਾਣ ਦਾ ਖਦਸ਼ਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। 에ਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਨਿਸ਼ਾਨੇ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਦਮੀ ਕੀਤੀ ਹੈ। ਇਸ ਵਿੱਚ ਭਾਰਤ ਦੀ ਪ੍ਰਮੁੱਖ 에ਅਰਲਾਈਨ 에ਅਰ ਇੰਡੀਆ ਨੇ ਬਰਮਿੰਘਮ, ਲੰਡਨ ਅਤੇ ਸਾਨ ਫਰਾਂਸਿਸਕੋ ਲਈ ਹਰ ਹਫ਼ਤੇ 20 ਵਾਧੂ ਉਡਾਣਾਂ ਦਾ ਐਲਾਨ ਕਰ ਦਿੱਤਾ ਹੈ। ਮਤਲਬ 에ਅਰ ਇੰਡੀਆ ਲੰਡਨ, ਬਰਮਿੰਘਮ, ਸਾਨ ਫਰਾਂਸਿਸਕੋ ਨੂੰ ਜੋੜਨ ਲਈ ਹੋਰ ਵਾਧੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। 에ਅਰ ਇੰਡੀਆ ਨੇ 40 ਹਫ਼ਤਾਵਾਰੀ ਉਡਾਣਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ ਹੁਣ ਮਜ਼ਬੂਤ ਕੀਤਾ ਹੈ। ਇਹ ਅੰਤਰਰਾਸ਼ਟਰੀ ਹਵਾਬਾਜ਼ੀ ਦੇ ਨਕਸ਼ੇ ਤੇ ਇੱਕ ਸ਼ਲਾਘਾਯੋਗ ਉਪਰਾਲਾ ਹੋਏਗਾ। ਹੁਣ ਇਹਨਾਂ 3 ਗਲੋਬਲ ਮੰਜ਼ਲਾਂ ਲਈ ਵਾਧੂ ਉਡਾਣਾਂ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾਣਗੀਆਂ। UK ਬਰਮਿੰਘਮ ਲਈ ਹਫ਼ਤੇ ਵਿੱਚ 5 ਵਾਧੂ ਉਡਾਣਾਂ, ਲੰਡਨ ਲਈ 9 ਵਾਧੂ ਉਡਾਣਾਂ ਅਤੇ ਸੈਨ ਫਰਾਂਸਿਸਕੋ, ਕੈਲੀਫੋਰਨੀਆ, ਅਮਰੀਕਾ ਲਈ 에ਅਰ ਇੰਡੀਆ ਹਫ਼ਤੇ ਵਿੱਚ 6 ਵਾਧੂ ਉਡਾਣਾਂ ਭਰੇਗੀ, ਜਿਸ ਨਾਲ ਗਾਹਕਾਂ ਨੂੰ ਹਰ ਹਫ਼ਤੇ 5000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਏਗਾ ਅਤੇ ਜਿਸ ਵਿੱਚ ਕਨੈਕਟੀਵਿਟੀ, ਸਹੂਲਤ ਅਤੇ ਕੈਬਨ ਸਪੇਸ ਦੇ ਮਾਮਲੇ ਵਿੱਚ ਕਾਫੀ ਵਿਕਲਪ ਯਕੀਨੀ ਬਣਾਏਗੀ। ਇਸ ਤੋਂ ਇਲਾਵਾ ਬਰਮਿੰਘਮ ਨੂੰ ਹਰ ਹਫ਼ਤੇ 5 ਵਾਧੂ ਉਡਾਣਾਂ ਮਿਲਣਗੀਆਂ, 3 ਦਿੱਲੀ ਤੋਂ ਅਤੇ 2 ਵਾਧੂ ਅੰਮ੍ਰਿਤਸਰ ਤੋਂ। ਲੰਡਨ ਨੂੰ 9 ਵਾਧੂ ਹਫ਼ਤਾਵਾਰੀ ਉਡਾਣਾਂ ਮਿਲਣਗੀਆਂ, ਜਿਨ੍ਹਾਂ ਵਿੱਚੋਂ 5 ਬੰਬਈ ਤੋਂ, 3 ਦਿੱਲੀ ਤੋਂ ਅਤੇ 1 ਅਹਿਮਦਾਬਾਦ, ਗੁਜਰਾਤ ਤੋਂ ਹੈ। ਕੁੱਲ ਮਿਲਾ ਕੇ 7 ਭਾਰਤੀ ਸ਼ਹਿਰਾਂ ਵਿੱਚ ਹੁਣ UK ਦੀ ਰਾਜਧਾਨੀ ਲਈ 에ਅਰ ਇੰਡੀਆ ਦੀਆਂ ਨਾਨ ਸਟਾਪ ਉਡਾਣਾਂ ਹੋਣਗੀਆਂ। 에ਅਰ ਇੰਡੀਆ ਹੁਣ ਬੰਬਈ ਨੂੰ ਸੈਨ ਫਰਾਂਸਿਸਕੋ, ਅਮਰੀਕਾ ਦੇ ਨਾਲ ਹਫ਼ਤਾਵਾਰੀ 3 ਵਾਰ ਸੇਵਾ ਨਾਲ ਜੋੜੇਗਾ ਅਤੇ 3 ਵਾਰ ਹਫ਼ਤਾਵਾਰੀ ਬੈਂਗਲੁਰੂ ਆਪਰੇਸ਼ਨ ਨੂੰ ਬਹਾਲ ਕਰੇਗਾ। 에ਅਰ ਇੰਡੀਆ ਦੀ ਇਹ ਪੇਸ਼ਕਸ਼ ਸੈਨ ਫਰਾਂਸਿਸਕੋ ਨੂੰ 10 ਤੋਂ 16 ਹਫ਼ਤਾਵਾਰ ਤੱਕ ਲੈਂਦੀ ਹੈ, ਜੋ ਦਿੱਲੀ, ਬੰਬਈ, ਬੈਂਗਲੁਰੂ ਤੋਂ ਨਾਨ ਸਟਾਪ ਸੇਵਾ ਦੇ ਨਾਲ ਜੋੜੇਗੀ। ਇਸ ਵਿੱਚ 에ਅਰ ਇੰਡੀਆ ਨੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਹੋਰ ਅੰਤਰਰਾਸ਼ਟਰੀ ਸਥਾਨਾਂ ਤੱਕ ਸੰਪਰਕ ਵਿੱਚ ਸੁਧਾਰ ਕਰਨਾ ਆਪਣਾ ਇੱਕ ਮਹੱਤਵਪੂਰਨ ਫੋਕਸ ਕਾਇਮ ਕੀਤਾ ਹੈ। US ਅਤੇ UK ਵਿੱਚ ਵੱਡੀ ਬਰਾਬਰਤਾ ਦੇ ਨਾਲ ਵਾਧਾ, ਨਾਲ ਹੀ ਨਵੀਆਂ ਸਿਟੀਆਂ ਨੂੰ ਵੀ ਜੋੜਨਾ ਚਾਹੇਗਾ ਔਰ 에ਅਰਕ੍ਰਾਫਟ ਦੇ ਕੈਬਨ ਇੰਟੀਰੀਅਰ ਨੂੰ ਜੋੜਨਾ ਟਾਟਾ ਗਰੁੱਪ ਦੁਆਰਾ 에ਅਰ ਇੰਡੀਆ ਦੀ ਪ੍ਰਾਪਤੀ ਤੋਂ ਕੇਵਲ 10 ਮਹੀਨਿਆਂ ਬਾਅਦ ਇਹ ਫੈਸਲਾ ਲਿਆ ਗਿਆ, ਜੋ 에ਅਰ ਇੰਡੀਆ ਦਾ ਇੱਕ ਸ਼ੁਰੂਆਤ ਦਾ ਵੱਡਾ ਕਦਮ ਹੋਏਗਾ। ਨਵੇਂ ਜਹਾਜ਼ਾਂ ਨੂੰ ਲੀਜ਼ ਤੇ ਦੇਣ ਦੇ ਨਾਲ-ਨਾਲ 에ਅਰ ਇੰਡੀਆ ਮੌਜੂਦਾ ਨੈਰੋ ਬਡੀ ਅਤੇ ਵਾਈਡ ਬੋਡੀ ਜਹਾਜ਼ਾਂ ਨੂੰ ਆਪਰੇਟਿੰਗ ਫਲਾਈਟ ਵਿੱਚ ਬਹਾਲ ਕਰਨ ਲਈ ਵੀ ਕੰਮ ਕਰ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰੂਸ-ਯੂਕਰੇਨ ਜੰਗ ਦਰਮਿਆਨ ਰੂਸ ਨੂੰ ਚੇਤਾਵਨੀ ਦਿੱਤੀ ਹੈ। ਬਾਈਡਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ 1-1 ਇੰਚ ਦੀ ਰੱਖਿਆ ਲਈ ਆਪਣੇ ਨਾਟੋ ਸਹਿਯੋਗੀਆਂ ਨਾਲ ਪੂਰੀ ਤਰ੍ਹਾਂ ਤਿਆਰ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਾਟੋ ਦੇਸ਼ਾਂ ਨੂੰ ਧਮਕੀਆਂ ਦੇਣਾ ਬੰਦ ਕਰੇ। ਅਮਰੀਕੀ ਰਾਸ਼ਟਰਪਤੀ ਨੇ ਰੂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੁਤਿਨ ਮੇਰੀ ਗੱਲ ਨੂੰ ਹਲਕੇ ਵਿੱਚ ਨਾ ਲੈਣ। ਅਮਰੀਕਾ ਨਾਟੋ ਦੇਸ਼ਾਂ ਦੇ ਖੇਤਰ ਦੇ 1-1 ਇੰਚ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਰੂਸ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹਾਂ। ਬਾਈਡਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਪੁਤਿਨ ਦੀਆਂ ਧਮਕੀਆਂ ਤੋਂ ਡਰਨਗੇ ਨਹੀਂ। ਬਾਈਡਨ ਨੇ ਕਿਹਾ ਕਿ ਪੁਤਿਨ ਦੀਆਂ ਕਾਰਵਾਈਆਂ ਗੱਲ ਦਾ ਸੰਕੇਤ ਨੇ ਕਿ ਉਹ ਸੰਘਰਸ਼ ਕਰ ਰਹੇ ਨੇ। ਉਹ ਆਪਣੇ ਗੁਆਂਢੀ ਦੇ ਇਲਾਕੇ ਤੇ ਕਬਜ਼ਾ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਤੋਂ ਬਚ ਸਕਦਾ ਹੈ। ਅਸੀਂ ਯੂਕਰੇਨ ਨੂੰ ਫੌਜੀ ਸਾਜ਼ੋ ਸਮਾਨ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਉਸਦੇ ਸਹਿਯੋਗੀ ਪੁਤਿਨ ਅਤੇ ਉਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨੇ। ਉਧਰ ਪੁਤਿਨ ਨੇ ਰੂਸ ਵਿੱਚ ਡੋਨੇਸਤਕ, ਲੁਹਾਨਸਕ, ਜ਼ਪੋਰਜ਼ੀਆ, ਖੈਰਸਨ ਨੂੰ ਸ਼ਾਮਲ ਕੀਤਾ ਹੈ। ਆਪਣੇ ਸ਼ੁੱਕਰਵਾਰ ਦੇ ਭਾਸ਼ਣ 'ਚ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਭਾਰਤ ਨੂੰ ਲੁੱਟਿਆ ਅਤੇ ਹੁਣ ਉਹਨਾਂ ਦੀ ਨਜ਼ਰ ਰੂਸ ਤੇ ਹੈ। ਪੱਛਮੀ ਦੇਸ਼ ਰੂਸ ਵਿਰੁੱਧ ਸਾਜ਼ਿਸ਼ ਰਚ ਰਹੇ ਨੇ।
ਵਾਈਡਨ ਨੇ ਕਿਹਾ ਕਿ ਅਸੀਂ ਰੂਸ ਦੇ ਯੂਕਰੇਨ ਦੇ ਖੇਤਰ ਨੂੰ ਆਪਣੇ ਨਾਲ ਜੋੜਨ ਦੇ ਇਸ ਫੈਸਲੇ ਦੀ ਨਿੰਦਾ ਕਰਦੇ ਹਾਂ। ਉਹਨਾਂ ਨੇ ਕ੍ਰੈਮਲਿਨ ਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਰੂਸ ਨੇ ਸੰਯੁਕਤ ਰਾਸ਼ਟਰ ਚਾਰਟਰ ਨੂੰ ਕੁਚਲਣ ਦਾ ਕੰਮ ਕੀਤਾ। ਅਮਰੀਕਾ ਹਮੇਸ਼ਾ ਯੂਕਰੇਨ ਦੀਆਂ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਹੱਦਾਂ ਦਾ ਸਨਮਾਨ ਕਰੇਗਾ। ਪ੍ਰੋਜੈਕਟ ਗੇਟਵੇ ਦੇ ਤਹਿਤ ਨਾਇਗਰਾ ਰੀਜਨਲ ਪੁਲਿਸ, ਪੀਲ ਪੁਲਿਸ ਅਤੇ ਹੈਮਿਲਟਨ ਨਾਇਗਰਾ ਡਿਟੈਚਮੈਂਟ ਆਫ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਵੱਲੋਂ ਕੀਤੇ ਗਏ ਸਾਂਝੇ ਅਭਿਆਸ ਵਿੱਚ ਇੱਥੇ $70 ਮਿਲੀਅਨ ਤੋਂ ਵੱਧ ਦੇ ਨਸ਼ੇ ਬਰਾਮਦ ਹੋਏ ਨੇ। ਇਸ ਮਾਮਲੇ 'ਚ ਕੁੱਲ 20 ਲੋਕ ਗ੍ਰਿਫਤਾਰ ਵੀ ਕੀਤੇ ਗਏ ਨੇ। ਪੁਲਿਸ ਵੱਲੋਂ 10 ਮਹੀਨੇ ਦੇ ਚੱਲੇ ਅਭਿਆਨ ਵਿੱਚ ਵੱਡੀ ਪੱਧਰ ਤੇ ਕੋਕੀਨ, ਗੈਰ ਕਾਨੂੰਨੀ ਭੰਗ, ਹਥਿਆਰ, ਚੋਰੀ ਦੀਆਂ ਗੱਡੀਆਂ ਤੇ ਨਕਦੀ ਵੀ ਬਰਾਮਦ ਹੋਈ ਹੈ। ਨਸ਼ੇ ਤੇ ਗੈਰ ਕਾਨੂੰਨੀ ਸਮਾਨ ਮੈਕਸੀਕੋ ਅਤੇ ਅਮਰੀਕਾ ਤੋਂ ਕਮਰਸ਼ੀਅਲ ਟਰੱਕਾਂ ਤੇ ਹੋਰ ਢੰਗ ਤਰੀਕਿਆਂ ਰਾਹੀਂ ਕੈਨੇਡਾ ਵਿੱਚ ਲਿਆਂਦਾ ਜਾਂਦਾ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ 20 ਕਥਿਤ ਦੋਸ਼ੀਆਂ 'ਚ 30 ਪੰਜਾਬੀ ਸ਼ਾਮਲ ਨੇ, ਜਿਨ੍ਹਾਂ 'ਚ ਬਰੈਂਪਟਨ ਨਾਲ ਸੰਬੰਧਿਤ ਹਰਪਾਲ ਭੰਗੂ ਤੇ ਮਹਿਕਦੀਪ ਮਾਨ ਅਤੇ ਮਿਲਟਨ ਨਾਲ ਸੰਬੰਧਿਤ ਰਗਬੀਰ ਸ਼ੇਰਗਿੱਲ ਦੇ ਨਾਮ ਵਰਣਨਯੋਗ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਆਜ਼ਾਦ, ਖੁੱਲ੍ਹੇ, ਸਥਿਰ ਅਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਵਚਨਬੱਧ ਹੈ। ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਇੱਕ ਦਰਜਨ ਪ੍ਰਸ਼ਾਂਤ ਟਾਪੂ ਦੇਸ਼ਾਂ ਦੇ ਇੱਕ ਕਾਨਫਰੰਸ ਵਿੱਚ ਬੋਲਦਿਆਂ ਬਾਈਡਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਰਣਨੀਤਿਕ ਤੌਰ ਤੇ ਮਹੱਤਵਪੂਰਨ ਖੇਤਰ ਵਿੱਚ ਬਹੁਤ ਸਾਰਾ ਇਤਿਹਾਸ ਲਿਖਿਆ ਜਾਏਗਾ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਈਡਨ ਨੇ ਕਿਹਾ ਕਿ ਅਸੀਂ ਪ੍ਰਸ਼ਾਂਤ ਮਹਾਸਾਗਰ ਵਿੱਚ ਗੰਭੀਰ ਸੁਰੱਖਿਆ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਮਰੀਕਾ ਤੇ ਦੁਨੀਆ ਦੀ ਸੁਰੱਖਿਆ ਤੁਹਾਡੇ ਅਤੇ ਪ੍ਰਸ਼ਾਂਤ ਦੀ ਸੁਰੱਖਿਆ ਤੇ ਨਿਰਭਰ ਕਰਦੀ ਹੈ। ਇਸ ਕਾਨਫਰੰਸ ਦਾ ਮਕਸਦ ਜਲਵਾਯੂ ਪਰਿਵਰਤਨ ਦੇ ਖਤਰੇ ਨਾਲ ਨਜਿੱਠਣ ਲਈ ਇੱਕ ਦੂਜੇ ਨਾਲ ਪ੍ਰਤੀਬੱਧਤਾ ਜਤਾਉਣਾ ਵੀ ਹੈ। ਫਿਜੀ, ਸੋਲੇਮਨ ਆਈਲੈਂਡ, ਪਾਪੂਆ ਨਿਊ ਗਿਨੀ, ਤਵਾਲੂ, ਪਲਾਓ ਆਦਿ ਜਗ੍ਹਾ ਤੇ ਰਾਜਾਂ ਦੇ ਮੁਖੀਆਂ ਨੇ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਕਿਹਾ ਕਿ ਕੋਵਿਡ ਅਤੇ ਯੂਕਰੇਨ ਯੁੱਧ ਕਾਰਨ ਪਟੜੀ ਤੋਂ ਉੱਤਰੀ ਆਰਥਿਕਤਾ ਦੇ ਮੁੜ ਨਿਰਮਾਣ ਲਈ ਵਚਨਬੱਧ ਨੇ। ਬਾਈਡਨ ਨੇ ਘੋਸ਼ਣਾ ਕੀਤੀ ਹੈ ਕਿ ਉਸ ਦਾ ਪ੍ਰਸ਼ਾਸਨ ਕਈ ਮਹੱਤਵਪੂਰਨ ਕੂਟਨੀਤਿਕ ਕਦਮ ਵੀ ਚੁੱਕੇਗਾ। ਬਾਈਡਨ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਟਾਪੂ ਇੱਕ ਸਮੁੰਦਰੀ ਮਹਾਦੀਪ ਹੈ ਜੋ ਧਰਤੀ ਦੀ ਸਤਹ ਦੇ ਲਗਭਗ 15% ਨੂੰ ਕਵਰ ਕਰਦਾ ਹੈ। ਇੰਡੋ-ਪੈਸੀਫਿਕ ਦਾ ਇੱਕ ਮਹੱਤਵਪੂਰਨ ਉਪ ਖੇਤਰ ਹੈ। ਵਾਈਟ ਹਾਊਸ ਅਨੁਸਾਰ ਸੰਮੇਲਨ ਜਲਵਾਯੂ ਪਰਿਵਰਤਨ, ਮਹਾਮਾਰੀ ਅਤੇ ਆਰਥਿਕ ਰਿਕਵਰੀ, ਸਮੁੰਦਰੀ ਸੁਰੱਖਿਆ, ਵਾਤਾਵਰਣ ਸੁਰੱਖਿਆ ਤੇ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਨੂੰ ਅੱਗੇ ਵਧਾਉਣ ਵਰਗੇ ਮੁੱਖ ਮੁੱਦਿਆਂ ਤੇ ਅਮਰੀਕਾ ਦੇ ਵਿਆਪਕ ਅਤੇ ਡੂੰਘੇ ਸਹਿਯੋਗ ਨੂੰ ਦਰਸਾਉਂਦਾ ਹੈ। ਅਮਰੀਕਾ ਦੇ ਟੈਕਸਾਸ ਸੂਬੇ ਵਿੱਚ 2 ਪ੍ਰਵਾਸੀਆਂ ਸਣੇ 7 ਜਾਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ। ਪਹਿਲੀ ਵਾਰਦਾਤ ਵੈਕੋ ਸ਼ਹਿਰ ਤੋਂ 32 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਮੈਕਗੈਗ ਕਸਬੇ ਵਿੱਚ ਵਾਪਰੀ, ਜਿੱਥੇ 5 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ। ਦੂਜੀ ਵਾਰਦਾਤ ਅਲ ਪਾਸੋ ਦੇ ਬਾਹਰਵਾਰ ਸਥਿਤ ਇਲਾਕੇ ਵਿੱਚ ਵਾਪਰੀ, ਜਿੱਥੇ ਟਰੱਕ ਵਿੱਚ ਸਵਾਰ 2 ਜਣਿਆਂ ਦੇ ਸੜਕ ਕਿਨਾਰੇ ਖੜੇ ਪ੍ਰਵਾਸੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ। ਅਮਰੀਕੀ ਫੌਜ ਦੇ ਇੱਕ ਡਾਕਟਰ ਅਤੇ ਉਸ ਦੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਤੇ ਰੂਸ ਲਈ ਜਸੂਸੀ ਕਰਨ ਦਾ ਦੋਸ਼ ਹੈ। BBC ਦੀ ਰਿਪੋਰਟ ਦੇ ਮੁਤਾਬਕ ਇਸ ਫੌਜੀ ਡਾਕਟਰ ਦਾ ਨਾਮ ਜੈਮੀ ਲੀ ਹੈਨਰੀ ਹੈ। ਉਸ ਦੀ ਪਤਨੀ ਦਾ ਨਾਮ ਐਨਾ ਗੈਬਰੀਲੀਅਨ ਹੈ। ਅਮਰੀਕੀ ਖੁਫੀਆ ਏਜੰਸੀਆਂ ਨੇ ਦੋਵਾਂ ਤੇ ਇੱਕ ਫੌਜੀ ਹਸਪਤਾਲ ਦੇ ਮਰੀਜ਼ਾਂ ਬਾਰੇ ਗੁਪਤ ਜਾਣਕਾਰੀ ਸਾਂਝੀ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ। ਰਿਪੋਰਟ ਦੇ ਅਨੁਸਾਰ 39 ਸਾਲਾ ਜੈਮੀ ਹੈਨਰੀ ਅਤੇ 36 ਸਾਲਾ ਗੈਬਰੀਲੀਨੀ ਨੇ ਕਥਿਤ ਤੌਰ ਤੇ ਇੱਕ ਗੁਪਤ FBI ਏਜੰਟ ਨੂੰ ਦੱਸਿਆ ਕਿ ਉਹ ਰੂਸ ਲਈ ਦੇਸ਼ ਭਗਤੀ ਤੋਂ ਪ੍ਰੇਰਿਤ ਸੀ। ਦੋਵਾਂ ਤੇ ਬਾਲਟਿਮੋਰ, ਮੈਰੀਲੈਂਡ ਦੀ ਇੱਕ ਅਦਾਲਤ ਵਿੱਚ ਦਾਇਰ ਇੱਕ ਦੋਸ਼ ਵਿੱਚ ਸਿਹਤ ਸੰਬੰਧੀ ਜਾਣਕਾਰੀ ਲੀਕ ਕਰਨ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ। ਰਿਪੋਰਟ ਦੇ ਮੁਤਾਬਕ ਇਹ ਸਾਰੀ ਜਾਣਕਾਰੀ ਰੂਸੀ ਦੂਤਵਾਸ ਦੇ ਇੱਕ ਕਰਮਚਾਰੀ ਨੂੰ ਦੇ ਰਹੇ ਸੀ। ਮੇਜਰ ਜੈਮੀ ਹੈਨਰੀ ਨੂੰ ਹੁਣ ਉਸ ਦੇ ਖਿਲਾਫ ਲੱਗੇ ਦੋਸ਼ਾਂ ਤੋਂ ਬਾਅਦ ਉਸ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ। ਹੈਨਰੀ ਨੇ ਵੱਡੇ ਫੌਜੀ ਫੋਰਟ ਬ੍ਰੈਗ ਹਸਪਤਾਲ ਵਿੱਚ ਕੰਮ ਕੀਤਾ, ਜਦੋਂ ਕਿ ਉਸ ਦੀ ਪਤਨੀ ਗ੍ਰੈਬਲੀਅਨ ਉੱਤੇ ਬਾਲਟਿਮੋਰ ਦੇ ਜੌਨਸ ਹੌਪਕਿੰਸ ਹਸਪਤਾਲ ਬਾਰੇ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ, ਜਿੱਥੇ ਉਹ ਕੰਮ ਕਰਦੀ ਹੈ। ਗ੍ਰੈਬਰੀ ਏਲੀਅਨ ਤੇ ਇਹ ਵੀ ਦੋਸ਼ ਹੈ ਕਿ ਉਸਨੇ ਏਜੰਟ ਨੂੰ ਦੱਸਿਆ ਕਿ ਉਸਨੇ ਯੂਕਰੇਨ ਦੀ ਫੌਜ ਨੂੰ ਅਮਰੀਕਾ ਦੁਆਰਾ ਦਿੱਤੀ ਗਈ ਪਿਛਲੀ ਸਿਖਲਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਦੇ ਨਵੀਨੀਕਰਨ ਲਈ $45 ਕਰੋੜ ਦੀ ਮਦਦ ਦੇਣ ਦੇ ਅਮਰੀਕਾ ਦੇ ਫੈਸਲੇ ਤੇ ਹੁਣ ਤੱਕ ਦੀ ਸਭ ਤੋਂ ਸਖਤ ਟਿੱਪਣੀ ਕਰਦੇ ਹੋਏ ਵਿਦੇਸ਼ ਮੰਤਰੀ S ਜੈਸ਼ੰਕਰ ਨੇ ਕਿਹਾ ਕਿ ਤੁਸੀਂ ਕਿਸ ਤੋਂ ਮੂਰਖ ਬਣਾ ਰਹੇ ਹੋ। ਸਭ ਨੂੰ ਪਤਾ ਹੈ ਕਿ ਇਹ ਪੈਸਾ ਕਿੱਥੇ ਖਰਚ ਕੀਤਾ ਜਾਏਗਾ। ਹਾਲਾਂਕਿ ਜੈਸ਼ੰਕਰ ਨੇ ਇਹ ਟਿੱਪਣੀ ਵਾਸ਼ਿੰਗਟਨ ਵਿੱਚ ਅਮਰੀਕੀ ਭਾਰਤੀ ਭਾਈਚਾਰੇ ਵੱਲੋਂ ਆਯੋਜਿਤ ਇੱਕ ਸਮਾਰੋਹ 'ਚ ਕੀਤੀ, ਪਰ ਇਸ ਵਿੱਚ
ਅਹਿਮੀਅਤ ਇਸ ਲਈ ਵੀ ਹੈ ਕਿਉਂਕਿ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਗਏ ਵਿਦੇਸ਼ ਮੰਤਰੀ 3 ਦਿਨ ਉੱਥੇ ਰਹੇ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਸਮੇਤ ਬਹੁਤ ਸਾਰੇ ਮਹੱਤਵਪੂਰਨ ਲੋਕਾਂ ਨੂੰ ਮਿਲਿਆ। ਸਪਸ਼ਟ ਹੈ ਕਿ ਵਿਦੇਸ਼ ਮੰਤਰੀ ਦੇ ਇਸ ਰਵੱਈਏ ਦੀ ਝਲਕ ਉਹਨਾਂ ਮੀਟਿੰਗਾਂ ਵਿੱਚ ਵੀ ਜ਼ਰੂਰ ਦੇਖਣ ਨੂੰ ਮਿਲੀ ਹੋਏਗੀ ਅਤੇ ਇਹ ਰਵੱਈਆ ਤਾਂ ਨਾ ਗੈਰ ਵਾਜਬ ਹੈ ਅਤੇ ਨਾ ਹੀ ਗੈਰ ਕੁਦਰਤੀ। ਅੱਤਵਾਦ ਦੇ ਸਵਾਲ ਤੋਂ ਪਾਕਿਸਤਾਨ ਦਾ ਲਾਪਰਵਾਹ ਰਵੱਈਆ ਸਭ ਜਾਣਦੇ ਨੇ। ਭਾਰਤ ਹੀ ਇਸ ਦਾ ਮੁੱਖ ਸ਼ਿਕਾਰ ਨਹੀਂ ਹੋਇਆ, ਹੋਰ ਦੇਸ਼ ਵੀ ਇਸ ਦੇ ਗਵਾਹ ਰਹੇ ਨੇ। ਅਮਰੀਕਾ ਖੁਦ ਵੀ ਇਸ ਤੇ ਇਤਰਾਜ਼ ਕਰਦਾ ਰਿਹਾ। 2018 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ $2 ਬਿਲੀਅਨ ਦੀ ਸੁਰੱਖਿਆ ਸਹਾਇਤਾ ਨੂੰ ਮੁਅੱਤਲ ਕਰ ਦਿੱਤਾ। ਇਹ ਹਵਾਲਾ ਦਿੰਦੇ ਹੋਏ ਕਿ ਉਹ ਅਫਗਾਨਿਸਤਾਨ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹ ਦੇ ਖਿਲਾਫ ਪ੍ਰਭਾਵੀ ਕਾਰਵਾਈ ਕਰਨ ਦੇ ਯੋਗ ਨਹੀਂ ਰਿਹਾ, ਨਾ ਹੀ ਉਹ ਇੱਥੇ ਉਹਨਾਂ ਦੇ ਸੁਰੱਖਿਅਤ ਪਨਾਹਗਾਹਾਂ ਨੂੰ ਤਬਾਹ ਕਰ ਸਕਿਆ। ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਅਲ-ਕਾਇਦਾ ਮੁਖੀ ਅਯਮਾਨ ਅਲ-ਜ਼ਵਾਹਿਰੀ ਤੇ ਅਮਰੀਕੀ ਡਰੋਨ ਹਮਲੇ ਦੇ ਬਦਲੇ ਪਾਕਿਸਤਾਨ ਨੇ ਅਮਰੀਕਾ ਤੋਂ ਲੱਖਾਂ ਡਾਲਰ ਲਏ ਸਨ। ਤਾਲਿਬਾਨ ਨੇ ਕਿਹਾ ਕਿ ਉਸ ਕੋਲ ਇਸ ਦਾਅਵੇ ਨੂੰ ਸਾਬਤ ਕਰਨ ਲਈ ਕਾਫੀ ਸਬੂਤ ਨੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਇੱਕ ਅੱਤਵਾਦ ਵਿਰੋਧੀ ਹਮਲਾ ਕੀਤਾ ਜਿਸ ਵਿੱਚ ਉਸਾਮਾ ਬਿਨ ਲਾਦੇਨ ਦਾ ਡਿਪਟੀ ਅਤੇ ਅਲ-ਕਾਇਦਾ ਦੇ ਨੇਤਾ ਦੇ ਰੂਪ ਵਿੱਚ ਉਸ ਦਾ ਉੱਤਰਾਧਿਕਾਰੀ ਅਲ-ਜ਼ਵਾਹਿਰੀ ਮਾਰਿਆ ਗਿਆ ਸੀ। ਵਿਸ਼ਵ ਸੈਰ ਸਪਾਟਾ ਦਿਵਸ ਮਨਾਉਣ ਲਈ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਵਿੱਚ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅਬਾਸ ਸਤਨਕਜ਼ਈ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੂੰ ਅਮਰੀਕੀ ਮੰਗਾਂ ਨੂੰ ਪੂਰਾ ਕਰਨ ਦੇ ਬਦਲੇ ਵਿੱਚ ਲੱਖਾਂ ਡਾਲਰ ਮਿਲੇ ਨੇ। ਇਹ ਦਾਅਵਾ ਕਰਦੇ ਹੋਏ ਕਿ ਉਸ ਦੇ ਦਾਅਵੇ ਦਾ ਸਮਰਥਨ ਕਰਨ ਲਈ ਵੀਡੀਓਜ਼ ਹੋਣ ਦਾ ਦਾਅਵਾ ਕਰਦੇ ਹੋਏ ਸਤਨਕਜ਼ਈ ਨੇ ਕਿਹਾ ਕਿ ਸਬੂਤ ਇਸ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਕਿਵੇਂ ਪਾਕਿਸਤਾਨ ਨੇ ਅਮਰੀਕਾ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ। ਤਾਲਿਬਾਨ ਨੇ ਪਹਿਲਾਂ ਵੀ ਦਾਅਵਾ ਕੀਤਾ ਹੈ ਕਿ ਜ਼ਵਾਹਿਰੀ ਨੂੰ ਮਾਰਨ ਲਈ ਅਮਰੀਕੀ ਡਰੋਨਾਂ ਨੇ ਪਾਕਿਸਤਾਨ ਹਵਾਈ ਖੇਤਰਾਂ ਦੀ ਵਰਤੋਂ ਕੀਤੀ ਸੀ। ਪਾਕਿਸਤਾਨ ਨੇ ਇਸ ਦਾਅਵੇ ਨੂੰ ਜ਼ਿੰਮੇਵਾਰ ਡਿਪਲੋਮੈਟਿਕ ਅਭਿਆਸ ਨਿਯਮਾਂ ਦੀ ਉਲੰਘਣਾ ਦੱਸਿਆ ਸੀ। ਤਾਲਿਬਾਨ ਦੇ ਇਸ ਤੋਂ ਪਹਿਲਾਂ ਦਾਅਵੇ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਸੀਮ ਇਫਤਾਖਰ ਅਹਿਮਦ ਦੀ ਪ੍ਰਤੀਕਿਰਿਆ ਸਾਹਮਣੇ ਆਈ ਸੀ। ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਲਈ ਖਤਰੇ ਦੀ ਘੰਟੀ ਵੱਜਦੀ ਹੋਈ ਦਿਖਾਈ ਦੇ ਰਹੀ ਕਿਉਂਕਿ ਤਾਜ਼ਾ ਸਰਵੇਖਣ ਵਿੱਚ ਸੰਕੇਤ ਮਿਲ ਰਹੇ ਨੇ ਕਿ ਸੱਤਾਧਾਰੀ ਪਾਰਟੀ ਦੇ ਵੋਟ ਬੈਂਕ ਨੂੰ ਖੌਰਾ ਲੱਗਣਾ ਸ਼ੁਰੂ ਹੋ ਗਿਆ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦਾ ਅਹੁਦਾ ਸੰਭਾਲਣ ਮਗਰੋਂ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੀਅਰ ਪਾਇਲਾਵਰ ਕੈਨੇਡਾ ਵਾਸੀਆਂ ਦੇ ਹਰਮਨ ਪਿਆਰੇ ਨੇਤਾ ਬਣਦੇ ਹੋਏ ਦਿਖਾਈ ਵੀ ਦੇ ਰਹੇ ਨੇ। ਇਸ ਮਾਮਲੇ ਵਿੱਚ ਉਹਨਾਂ ਨੇ PM ਜਸਟਿਨ ਟਰੂਡੋ ਨੂੰ ਵੀ ਕਹਿੰਦੇ ਨੇ ਕਿ ਪਛਾੜ ਦਿੱਤਾ ਹੈ। ਪ੍ਰਵਾਸੀਆਂ ਦਾ ਆਸਰਾ ਨਾ ਹੋਵੇ ਤਾਂ ਕੈਨੇਡਾ ਦੀ ਆਬਾਦੀ 'ਚ 9 ਗੁਣਾ ਵਾਧਾ ਵੀ ਸੰਭਵ ਨਹੀਂ। ਜੀ ਹਾਂ, ਸਟੈਟਿਸਟ ਕੈਨਾ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਮੌਜੂਦਾ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਮੁਲਕ ਦੀ ਆਬਾਦੀ ਵਿੱਚ ਹੋਏ ਵਾਧੇ 'ਚੋਂ 94% ਨਵੇਂ ਪ੍ਰਵਾਸੀਆਂ ਦੀ ਆਮਦ ਕਰਕੇ ਸੰਭਵ ਹੋ ਸਕਿਆ। 1 ਜੁਲਾਈ ਨੂੰ ਕੈਨੇਡਾ ਦੀ ਆਬਾਦੀ 3,99,30,000 ਤੇ ਪਹੁੰਚ ਗਈ ਅਤੇ 1 ਅਪ੍ਰੈਲ ਦੇ ਮੁਕਾਬਲੇ 0.7% ਵਾਧਾ ਹੋਇਆ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਬਲਾਂ ਨੇ ਵੀਰਵਾਰ ਨੂੰ ਪੁਲਿਸ ਹਿਰਾਸਤ ਵਿੱਚ ਇੱਕ ਔਰਤ ਦੀ ਮੌਤ ਤੇ ਈਰਾਨ ਵਿੱਚ ਵਿਰੋਧ ਪ੍ਰਦਰਸ਼ਨ ਦੇ ਸਮਰਥਨ 'ਚ ਔਰਤਾਂ ਵੱਲੋਂ ਕੀਤੀ ਜਾ ਰਹੀ ਰੈਲੀ ਨੂੰ ਖੰਡਾਉਣ ਦੇ ਲਈ ਗੋਲੀਆਂ ਚਲਾਈਆਂ। ਅਫਗਾਨਿਸਤਾਨ ਅਤੇ ਈਰਾਨ ਦੋਹਾਂ ਦੇਸ਼ਾਂ ਵਿੱਚ ਕੱਟੜਪੰਥੀ ਇਸਲਾਮੀ ਸਰਕਾਰਾਂ ਔਰਤਾਂ ਤੇ ਸਖਤ ਡਰੈਸ ਕੋਡ ਲਾਗੂ ਕਰਨ ਲਈ ਧਾਰਮਿਕ ਪੁਲਿਸ ਦੀ ਵਰਤੋਂ ਕਰਦੀਆਂ ਨੇ। ਤਹਿਰਾਨ ਵਿੱਚ 22 ਸਾਲਾ ਮਹਿਸਾ ਅਮੀਨੀ ਦੀ ਹਿਜਾਬ ਅਤੇ ਮਾਮੂਲੀ ਕੱਪੜਿਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ गिरफ्तार किए जाने तो बाद हुई मौत नूं लैके प्रदर्शनां 'च 12 तो वध लोग मारे गए ने। काबुल विच विरोध प्रदर्शन विच हिस्सा लैण वाले एक औरत कार्यकर्ता ने कहा कि इस प्रदर्शन का सुनेहा यह है कि औरतां दुनिया 'च इकल्लियां नहीं हन अते अंतरराष्ट्रीय संघ तो अपने हक्कां दी मंग कर रही ने। एक होर प्रदर्शनकारी ने सुरक्षा कारणा करके अपना नाम ना दसदे हुए कहा कि सानूं इन्हां खतरनाक सरकारां नूं खत्म करन दी लोड़ है। बरूद के ढेर से बैठे अफगानिस्तान विच एक फिर धमाका होया। विद्यक अदारे विच होए इस आतमघाती हमले दौरान 100 विद्यार्थियों के मारे जाने की खबर सामने आ रही है। उधर तालिबान इस घटना की सच्चाई नूं दुनिया के सामने आउण तो रोकण का यतन कर रहा तां जो उसनूं अफगानिस्तान के लोगों की सुरक्षा नूं लैके उठ रहे सवालों ते जवाब न देना पए। कोई कह रहा है कि इन्हां मौतां की गिणती 30 तो 50 के दरमियान भी हो सकती है। यह एक महीने विच होया तीजा हमला है। इस तो पहला एक मस्जिद अते रूसी अंबैसी के बाहर धमाका होया सी। रूस के राष्ट्रपति व्लादिमीर पुतिन ने शुक्रवार नूं यूक्रेन के 4 हिस्सों लुहानस्क, डोनेत्स्क, ज़पोरिजिया ते खेरसन नूं अपने देश विच रलेवें का ऐलान किया।
यूक्रेन ਦੇ ਇਹਨਾਂ 4 ਹਿੱਸਿਆਂ ਨੂੰ ਰੂਸ ਨਾਲ ਮਿਲਾਉਣ ਲਈ ਕ੍ਰੈਮਲਿਨ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਰੂਸੀ ਰਾਸ਼ਟਰਪਤੀ ਪੱਛਮੀ ਦੇਸ਼ਾਂ ਤੇ ਵਰਿਆ। इस दौरान उन्होंने पश्चिमी देशों के रूस खिलाफ साजिश रचण का दोष भी लगा दिता। पुतिन ने भारत का नाम लिया। जी हाँ, भारत का नाम लैके पश्चिमी देशों ते हमला बोलिया। पुतिन ने पश्चिमी देशों के लोगों का कतलेआम करन, लोगों नाल जानवर वर्गा सलूक करन अते भारत नूं लुट्टण का दोष लगाया। इस दे नाल ही उन्होंने कहा कि पश्चिमी देश भी रूस नूं बस्ती बनाउणा चाहुंदे ने और रूस नूं कमजोर करन दा मौका लभ रहे ने। न्यूज़ एजेंसी रॉयटर्स मुताबक पुतिन ने क्रेमलिन च अपना भाषण दे के एक हिस्से च कहा पश्चिम ने अपनी बस्तीवादी नीति मध्य युग विच वापस शुरू की है ते फिर गुलाम व्यापार, अमरीका च भारतीय कबायली समूहां दी नस्लकुशी, भारत दी लुੱਟ अते अफ्रीका ਅਤੇ चीन के विरुद्ध इंग्लैंड ਅਤੇ फ्रांस ਦੀਆਂ ਲੜਾਈਆਂ ਕੀਤੀਆਂ। पुतिन ਇੱਥੇ भी नहीं रुके। उन्होंने अगे कहा कि पश्चिम जो कर रहा सी ਉਹ ਸਾਰੇ ਦੇਸ਼ਾਂ ਨੂੰ ਨਸ਼ਾ ਕਰ ਰਿਹਾ ਹੈ और ਜਾਣ-ਬੁੱਝ ਕੇ ਸਾਰੇ ਨਸਲੀ ਸਮੂਹਾਂ ਨੂੰ ਤਬਾਹ ਕਰ ਰਿਹਾ ਸੀ। ਉਹ ਜ਼ਮੀਨ ਅਤੇ ਸਾਧਲਾਂ ਲਈ ਜਾਨਵਰਾਂ ਵਾਂਗ ਲੋਕਾਂ ਦਾ ਸ਼ਿਕਾਰ ਕਰਦੇ ਸਨ। ਇਹ ਮਨੁੱਖੀ ਸੁਭਾਅ, ਸੱਚਾਈ, ਆਜ਼ਾਦੀ ਅਤੇ ਨਿਆਂ ਦੇ ਵਿਰੁੱਧ ਹੈ। पुतिन ने कहा कि पश्चिम हुण पूर्ण नैतिक नियमां, धर्म ਅਤੇ परिवारां ਦੇ कट्टड़पंथी इनकार ਵੱਲ ਵਧਿਆ। पश्चिमी कुलीन वर्ग सारे समाजां विरुद्ध तानाशाही कर रहा, जिस दा पश्चिमी देशों के लोग भी शिकार हो रहे हैं। ਇਹ ਸਾਰਿਆਂ ਲਈ ਚੁਣੌਤੀ ਹੈ। ਇਹ ਮਨੁੱਖਤਾ ਦਾ ਪੂਰਨ ਇਨਕਾਰ, ਵਿਸ਼ਵਾਸ ਅਤੇ ਪਰੰਪਰਾਗਤ ਕਦਰਾਂ ਕੀਮਤਾਂ ਨੂੰ ਉਖਾੜ ਸੁੱਟਦਾ ਹੈ। ਅਸਲ ਵਿੱਚ ਆਜ਼ਾਦੀ ਦੇ ਦਮਨ ਨੇ ਆਪਣੇ ਆਪ ਵਿੱਚ ਇੱਕ ਧਰਮ ਦੀਆਂ ਵਿਸ਼ੇਸ਼ਤਾਵਾਂ ਨੂੰ ਲੈ ਲਿਆ। ਇਹ ਪੂਰਨ ਸ਼ੈਤਾਨਵਾਦ ਹੈ। ਪੁਤਿਨ ਨੇ ਕਿਹਾ ਸੰਯੁਕਤ ਰਾਜ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿਸ ਨੇ 2 ਵਾਰ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਹੈ, ਜਿਸ ਦੀ ਉਦਾਹਰਣ ਜਾਪਾਨ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਦੁਆਰਾ ਦਿੱਤੀ ਗਈ ਹੈ। ਪੁਤਿਨ ਨੇ ਕਿਹਾ ਅੱਜ ਵੀ ਜਰਮਨੀ, ਜਾਪਾਨ, ਕੋਰੀਆ, ਗਣਰਾਜ ਅਤੇ ਹੋਰ ਦੇਸ਼ਾਂ ਤੇ ਇਸ ਦਾ ਕੰਟਰੋਲ ਹੈ ਅਤੇ ਉਸ ਸਮੇਂ ਨੂੰ ਉਹਨਾਂ ਨੂੰ ਬਰਾਬਰ ਦਰਜੇ ਦਾ ਸਹਿਯੋਗੀ ਦੱਸਦਾ ਹੈ। ਐਪਲ ਨੇ ਆਪਣੇ ਇੱਕ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਟੋਨੀ ਬਲੇਵੈਂਸ ਨੂੰ ਬਰਖਾਸਤ ਕਰ ਦਿੱਤਾ ਹੈ। ਬਲੇਵੈਂਸ ਨੇ ਟਿਕਟੌਕ ਤੇ ਔਰਤਾਂ ਬਾਰੇ ਭੱਦੀ ਟਿੱਪਣੀ ਕੀਤੀ, ਇਸ ਕਾਰਨ ਇਹ ਕਾਰਵਾਈ ਕੀਤੀ ਗਈ। ਸੂਤਰਾਂ ਦੇ ਮੁਤਾਬਕ ਟਿਕਟੌਕ ਅਤੇ ਇੰਸਟਾਗ੍ਰਾਮ ਤੇ ਵੀਡੀਓ ਬਣਾਉਣ ਵਾਲੇ ਡੈਨੀਅਲ ਨੇ ਆਪਣੇ ਇੱਕ ਵੀਡੀਓ ਲਈ ਬਲੇਵੈਂਸ ਨਾਲ ਸੰਪਰਕ ਕੀਤਾ। ਡੈਨੀਅਲ ਆਪਣੀ ਵੀਡੀਓ ਸੀਰੀਜ਼ ਵਿੱਚ ਮਹਿੰਗੀ ਮਾਲਕਾਂ ਦੀ ਕਾਰ ਦਾ ਇੰਟਰਵਿਊ ਲੈਂਦੇ ਨੇ। 5 ਸਤੰਬਰ ਨੂੰ ਪ੍ਰਸਾਰਿਤ ਵੀਡੀਓ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਜੂਨ ਦੇ ਜਵਾਬ ਵਿੱਚ ਮਹਿੰਗੀ ਰੇਸ ਹੋਣ ਗੋਲਫ ਖੇਡਣ ਦੀ ਗੱਲ ਕਹੀ। ਇਸੇ ਦੌਰਾਨ ਗੱਲ ਕਰਦੇ ਨੇ ਕਿ ਉਹਨਾਂ ਨੇ ਔਰਤਾਂ ਨੂੰ ਲੈ ਕੇ ਭੱਦੀ ਟਿੱਪਣੀ ਕਰ ਦਿੱਤੀ। ਇਹ ਵੀਡੀਓ ਪ੍ਰਸਾਰਿਤ ਹੋਣ ਤੇ ਐਪਲ ਕੰਪਨੀ ਦੇ ਕੁਝ ਕਰਮਚਾਰੀਆਂ ਨੇ ਇਤਰਾਜ਼ ਪ੍ਰਗਟਾਇਆ। ਜਾਂਚ ਵਿੱਚ ਬਲੇਵੈਂਸ ਦੋਸ਼ੀ ਪਾਏ ਗਏ। ਇਸ ਤੋਂ ਬਾਅਦ ਕੰਪਨੀ ਨੇ ਕਾਰਵਾਈ ਕੀਤੀ। 20 ਸਾਲ ਪਹਿਲਾਂ ਕਾਰੋਬਾਰ ਕਰਨ ਗਏ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਵਾਂਟਾਂ ਵਾਲੀ ਖੁਰਦ ਦੇ ਨਿਵਾਸੀ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਦੀ ਇੰਗਲੈਂਡ 'ਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ, ਜਿਸ ਕਾਰਨ ਉਹਨਾਂ ਦੇ ਭਾਰਤ ਵਿੱਚ ਰਹਿੰਦੇ ਪਰਿਵਾਰ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਬਲਵਿੰਦਰ ਸਿੰਘ 20 ਸਾਲ ਪਹਿਲਾਂ ਕਾਰੋਬਾਰ ਕਰਨ ਲਈ ਇੰਗਲੈਂਡ ਗਏ ਸੀ, ਜਿੱਥੇ ਉਹਨਾਂ ਨੇ ਵੱਡੇ ਪੱਧਰ ਤੇ ਕਾਰੋਬਾਰ ਕੀਤਾ, ਪਰ ਉੱਥੇ ਹੀ ਬੇਵਕਤ ਮੌਤ ਹੋ ਗਈ, ਜਿਸ ਦੀ ਲਾਸ਼ ਭਾਰਤ ਲਿਆਉਣ ਲਈ ਉਸਦੇ ਸਾਥੀ ਅਤੇ ਹੋਰ ਪ੍ਰਵਾਸੀ ਭਾਰਤੀਆਂ ਵੱਲੋਂ ਯਤਨ ਕੀਤੇ ਜਾ ਰਹੇ ਨੇ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੇ ਰਿਸ਼ਤੇਦਾਰ ਚਚੇਰੇ ਭਰਾ ਸਾਬਕਾ ਸਰਪੰਚ ਹਰੀ ਸਿੰਘ ਝੰਡ ਵਾਂਟਾਂ ਵਾਲੀ ਖੁਰਦ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਲਾਸ਼ ਨੂੰ 2 ਅਕਤੂਬਰ ਦੀ ਸਵੇਰ ਭਾਰਤ ਲਿਆਂਦਾ ਜਾਏਗਾ ਤੇ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਵਾਂਟਾਂ ਵਾਲੀ ਖੁਰਦ 'ਚ ਹੋਏਗਾ। ਆਸਟ੍ਰੇਲੀਆ ਨੇ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਲਾਜ਼ਮੀ ਕੋਵਿਡ-19 ਆਈਸੋਲੇਸ਼ਨ ਨਿਯਮ ਨੂੰ ਖਤਮ ਕਰ ਦੇਗਾ। BBC ਦੀ ਰਿਪੋਰਟ ਦੇ ਮੁਤਾਬਕ ਵਰਤਮਾਨ ਵਿੱਚ ਜਿਹੜੇ ਵਿਅਕਤੀਆਂ ਦਾ ਵਾਇਰਸ ਲਈ ਟੈਸਟ ਪੋਜ਼ਿਟਿਵ ਆਉਂਦਾ ਹੈ ਉਹਨਾਂ ਨੂੰ 5 ਦਿਨਾਂ ਲਈ ਅਲੱਗ ਰਹਿਣਾ ਹੋਏਗਾ, ਪਰ ਇਹ ਨਿਯਮ ਵੀ 14 ਅਕਤੂਬਰ ਤੋਂ ਖਤਮ ਹੋ ਜਾਏਗਾ। ਕਈ ਵਾਰ ਫੋਰੈਸਟ ਆਸਟ੍ਰੇਲੀਆ ਦੇ ਉਪਨਾਮ ਨਾਲ ਦੇਸ਼ ਵਿੱਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਦੁਨੀਆ ਦੀਆਂ ਕੁਝ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਆਸਟ੍ਰੇਲੀਆ ਦੇ ਮੁੱਖ ਮੈਡੀਕਲ ਅਫਸਰ ਪੌਲ ਕੈਲੀ ਨੇ ਕਿਹਾ ਕਿ ਐਮਰਜੈਂਸੀ ਪੜਾਅ ਸ਼ਾਇਦ ਖਤਮ ਹੋ ਗਿਆ, ਪਰ ਉਸਨੇ ਕਿਹਾ ਕਿ ਇਹ ਫੈਸਲਾ ਕਿਸੇ ਵੀ ਤਰ੍ਹਾਂ ਇਹ ਸੁਝਾਅ ਨਹੀਂ ਦਿੰਦਾ ਕਿ ਮਹਾਮਾਰੀ ਖਤਮ ਹੋ ਗਈ ਹੈ। ਲਾਜ਼ਮੀ ਅਲੱਗ-ਥਲੱਗ ਬਾਗੀ ਬਚੀਆਂ ਕੁਝ ਪਾਬੰਦੀਆਂ ਵਿੱਚੋਂ ਇੱਕ ਸੀ। ਅਧਿਕਾਰਤ ਅੰਕੜੇ ਦਰਸਾਉਂਦੇ ਨੇ ਕਿ ਆਸਟ੍ਰੇਲੀਆ ਹਰ ਦਿਨ ਲਗਭਗ 5500 ਵਾਇਰਸ ਦੇ ਕੇਸ ਦਰਜ ਕਰ ਰਿਹਾ। ਇਹ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ 'ਚੋਂ ਇੱਕ ਹੈ। ਪ੍ਰੋਫੈਸਰ ਕੈਲੀ ਨੇ ਕਿਹਾ ਕਿ ਦੇਸ਼ ਵਾਇਰਸ ਦੇ ਭਵਿੱਖ ਦੀਆਂ ਸਿਖਰਾਂ ਨੂੰ ਦੇਖੇਗਾ, ਪਰ ਇਸ ਸਮੇਂ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਅਤੇ ਬਜ਼ੁਰਗਾਂ ਵਿੱਚ ਪ੍ਰਕੋਪ ਦੀ ਬਹੁਤ ਘੱਟ ਸੰਖਿਆ ਹੈ।
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ਤਬਦੀਲੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਇਸ ਲਈ ਜ਼ੋਰ ਪਾਇਆ ਉਹ ਵਿਗਿਆਨਕ ਤੌਰ ਤੇ ਪੜ੍ਹੇ ਲਿਖੇ ਨਹੀਂ ਹਨ ਅਤੇ ਜਾਨਾਂ ਨੂੰ ਜ਼ੋਖਮ ਵਿੱਚ ਪਾ ਰਹੇ ਨੇ। ਆਸਟ੍ਰੇਲੀਆ ਵਿੱਚ ਲਗਭਗ 15,000 ਲੋਕ ਵਾਇਰਸ ਨਾਲ ਮਰ ਚੁੱਕੇ ਨੇ। ਮਹਾਮਾਰੀ ਦੌਰਾਨ ਆਸਟ੍ਰੇਲੀਆ ਨੇ ਲਗਭਗ 2 ਸਾਲਾਂ ਲਈ ਅੰਤਰਰਾਸ਼ਟਰੀ ਸਰਹੱਦਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਦੇਸ਼ ਭਰ ਵਿੱਚ ਆਵਾਜਾਈ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਝੋਨੇ ਦੀ ਪਹਿਲੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਨਵੀਂ ਸਰਕਾਰੀ ਖਰੀਦ ਲਈ ਝੋਨੇ ਦੀ ਖਰੀਦ ਲਈ ਇੱਕ ਪ੍ਰਕਿਰਿਆ ਸ਼ੁਰੂ ਹੋਏਗੀ ਅਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ 187 ਲੱਖ ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਖਰੀਦ ਦੇ ਪ੍ਰਬੰਧਨ ਮੁਕੰਮਲ ਕਰ ਲਏ। ਪੰਜਾਬ ਵਿੱਚ ਇਸ ਵਾਰ 30.84 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਹੈ। ਇਸ ਵਾਰ ਪੰਜਾਬ ਸਰਕਾਰ ਨੇ 200 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਨ ਦਾ ਟੀਚਾ ਮਿੱਥਿਆ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਝੋਨੇ ਦੀ ਖਰੀਦ ਲਈ 36,999 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਜਾਰੀ ਕਰ ਦਿੱਤੀ ਹੈ, ਜਦਕਿ ਕੈਸ਼ ਕ੍ਰੈਡਿਟ ਲਿਮਟ ਦੀ ਬਾਕੀ ਰਕਮ 7,500 ਰੁਪਏ ਨਵੰਬਰ ਮਹੀਨੇ ਵਿੱਚ ਜਾਰੀ ਹੋਏਗੀ। ਪਿਛਲੇ ਸਾਲ 181 ਲੱਖ ਮੀਟਰਕ ਝੋਨੇ ਦੀ ਖਰੀਦ ਕੀਤੀ ਗਈ। ਇਸ ਵਾਰ ਪਹਿਲਾ ਮੌਸਮ ਜ਼ਿਆਦਾ ਗਰਮ ਰਹਿਣ ਅਤੇ ਬਾਅਦ ਵਿੱਚ ਬੇਮੌਸਮੀ ਮੀਂਹ ਕਾਰਨ ਇਸ ਵਾਰ ਝੋਨੇ ਦੇ ਝਾੜ ਤੇ ਕੱਟਣ ਦੀ ਸੰਭਾਵਨਾ ਬਣੀ ਹੋਈ ਹੈ, ਜਦੋਂ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਝੋਨੇ ਹੇਠ ਰਕਬਾ ਵਧਿਆ ਹੈ। ਮਾਲਵਾ ਖੇਤਰ ਵਿੱਚ ਕਰੀਬ 1 ਹਫ਼ਤਾ ਰੁਕ ਕੇ ਝੋਨੇ ਦੀ ਕਟਾਈ ਸ਼ੁਰੂ ਹੋਏਗੀ, ਜਿਸ ਤੋਂ ਬਾਅਦ ਹੀ ਫਸਲ ਦਾਣਾ ਮੰਡੀਆਂ ਵਿੱਚ ਆਏਗੀ। ਝੋਨੇ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਦੇ ਸਾਰੇ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਪੰਜਾਬ ਮੰਡੀ ਬੋਰਡ ਦੇ ਜੀਐਮ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਉਹਨਾਂ ਨੇ ਦੱਸਿਆ ਕਿ ਦਾਣਾ ਮੰਡੀਆਂ ਦੀ ਸਾਫ਼ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਰਾਤ ਸਮੇਂ ਲਾਈਟਾਂ ਅਤੇ ਕਿਸਾਨਾਂ ਦੀ ਸਹੂਲਤ ਦੇ ਹਰ ਪ੍ਰਬੰਧ ਮੰਡੀਆਂ ਵਿੱਚ ਕੀਤੇ ਗਏ ਨੇ। ਉਹਨਾਂ ਨੇ ਦੱਸਿਆ ਕਿ ਇਸ ਵਾਰ 200 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਹੈ। ਬਰਾੜ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਸੂਬੇ ਵਿੱਚ 2168 ਖਰੀਦ ਕੇਂਦਰ ਬਣਾਏ ਗਏ ਨੇ। ਉਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਦਾਣਾ ਮੰਡੀਆਂ ਵਿੱਚ ਝੋਨੇ ਨੂੰ ਸੁਕਾ ਕੇ ਲਿਆਉਣ ਤਾਂ ਜੋ ਜਲਦੀ ਤੋਂ ਜਲਦੀ ਖਰੀਦ ਹੋ ਸਕੇ। ਉਹਨਾਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਲਈ ਇਸ ਵਾਰ 17% ਨਮੀ ਦਾ ਮਾਪਦੰਡ ਤੈਅ ਕੀਤਾ ਗਿਆ ਹੈ। ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਹੁਣ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਭਾਲ ਲਿਆ, ਕਿਉਂਕਿ ਰਾਮ ਰਹੀਮ ਦਾ ਪੂਰਾ ਪਰਿਵਾਰ ਵਿਦੇਸ਼ ਵਿੱਚ ਸੈਟਲ ਹੋ ਚੁੱਕਾ ਹੈ। ਰਾਮ ਰਹੀਮ ਦੀਆਂ 2 ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਕੌਰ ਅਤੇ ਪੁੱਤਰ ਜਸਮੀਤ ਪਰਿਵਾਰ ਸਣੇ ਲੰਡਨ 'ਚ ਸੈਟਲ ਹੋ ਗਏ ਨੇ। ਹਾਲਾਂਕਿ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਅਤੇ ਪਤਨੀ ਹਰਜੀਤ ਕੌਰ ਭਾਰਤ ਵਿੱਚ ਹੀ ਰਹਿਣਗੀਆਂ। ਰਾਮ ਰਹੀਮ ਦੀਆਂ 2 ਧੀਆਂ ਅਮਰਪ੍ਰੀਤ ਅਤੇ ਚਰਨਪ੍ਰੀਤ ਪਹਿਲਾਂ ਹੀ ਲੰਡਨ ਚਲੀਆਂ ਗਈਆਂ ਸੀ। 26 ਸਤੰਬਰ ਨੂੰ ਪੁੱਤਰ ਜਸਮੀਤ ਵੀ ਪਰਿਵਾਰ ਨਾਲ ਲੰਡਨ ਚਲਾ ਗਿਆ ਸੀ। ਰਿਪੋਰਟ ਦੇ ਮੁਤਾਬਕ ਰਾਮ ਰਹੀਮ ਦੇ ਪਰਿਵਾਰ ਦੇ ਵਿਦੇਸ਼ ਵਿੱਚ ਸੈਟਲ ਹੋਣ ਦਾ ਕਾਰਨ ਹਨੀਪ੍ਰੀਤ ਨਾਲ ਪਰਿਵਾਰਕ ਮੈਂਬਰਾਂ ਦੇ ਮਤਭੇਦ ਨੇ। ਕੁਝ ਸਮਾਂ ਪਹਿਲਾਂ ਪਰਿਵਾਰ ਨੇ ਪੈਰੋਕਾਰਾਂ ਨੂੰ ਪੱਤਰ ਵੀ ਜਾਰੀ ਕੀਤਾ। ਕਿਹਾ ਗਿਆ ਸੀ ਕਿ ਪਰਮਾਰਥ ਯਾਨੀ ਕਿ ਡੇਰਾ ਸੱਚਾ ਸੌਦਾ ਵਿੱਚ ਇਕੱਠ ਹੋਣ ਵਾਲਾ ਚੰਦਾ ਲਈ ਉਸ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਪਰਿਵਾਰ ਨੇ ਪੱਤਰ ਵਿੱਚ ਅਪੀਲ ਕੀਤੀ ਸੀ ਕਿ ਜੇ ਕੋਈ ਪਰਿਵਾਰ ਦੇ ਨਾਂ ਤੇ ਚੰਦਾ ਇਕੱਠਾ ਕਰ ਰਿਹਾ ਤਾਂ ਉਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਏ। ਰਾਮ ਰਹੀਮ ਦੇ ਪਰਿਵਾਰ ਨੇ 2016 'ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਪੈਰੋਕਾਰਾਂ ਨੂੰ ਅਜਿਹਾ ਪੱਤਰ ਜਾਰੀ ਕੀਤਾ। ਪਰਿਵਾਰ ਮੁਤਾਬਕ ਉਸ ਦੇ ਨਾਂ ਦੀ ਦੁਰਵਰਤੋਂ ਬੰਦ ਹੋਣੀ ਚਾਹੀਦੀ ਹੈ। ਹਨੀਪ੍ਰੀਤ ਦੇ ਰਾਮ ਰਹੀਮ ਦੇ ਪਰਿਵਾਰ ਨਾਲ ਪਹਿਲਾਂ ਵੀ ਮਤਭੇਦ ਰਹੇ ਨੇ। ਡੇਰਾ ਮੁਖੀ ਰਾਮ ਰਹੀਮ ਨੇ ਜੇਲ੍ਹ ਤੋਂ ਜਾਰੀ ਆਪਣੀ 9ਵੀਂ ਚਿੱਠੀ ਵਿੱਚ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਇਕਜੁੱਟਤਾ ਬਾਰੇ ਖੁਦ ਸਫਾਈ ਦਿੱਤੀ ਸੀ। 2016 ਵਿੱਚ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਚ ਜਦੋਂ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ। ਪੰਚਕੂਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਜੇਲ੍ਹ ਗਈ ਸੀ। ਡੇਰਾ ਮੁਖੀ ਦੇ ਪਰਿਵਾਰ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਹਨੀਪ੍ਰੀਤ ਡੇਰਾ ਮੁਖੀ ਦੀ ਸਭ ਤੋਂ ਕਰੀਬੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀ ਜਦੋਂ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਆਸ਼ਰਮ ਪਹੁੰਚਿਆ ਤਾਂ ਹਨੀਪ੍ਰੀਤ ਉਸ ਦੇ ਨਾਲ ਸੀ ਅਤੇ ਉੱਥੋਂ ਪ੍ਰੇਮੀਆਂ ਦੇ ਸਾਹਮਣੇ ਲਾਈਵ ਹੋਇਆ। ਉਸ ਵੇਲੇ ਡੇਰਾ ਮੁਖੀ ਨੇ ਹਨੀਪ੍ਰੀਤ ਦੀ ਤਾਰੀਫ ਕੀਤੀ। ਡੇਰਾ ਸੱਚਾ ਸੌਦਾ ਦੀਆਂ ਅਰਬਾਂ ਰੁਪਏ ਦੀਆਂ ਜਾਇਦਾਦਾਂ ਟਰਸਟ ਦੇ ਨਾਂ ਤੇ ਨੇ। ਸਿਰਸਾ ਵਿੱਚ ਹੀ ਡੇਰੇ ਦੇ ਕੋਲ ਕਰੀਬ 900 ਏਕੜ ਜ਼ਮੀਨ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਸ਼ਹਿਰੀ ਜਾਇਦਾਦਾਂ ਅਤੇ ਰਿਹਾਇਸ਼ੀ ਕਮਰੇ ਵੱਖਰੇ ਨੇ। ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਪੁੱਤਰ, ਨੌਹਾਂ ਅਤੇ ਜਵਾਈ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ। ਰਾਮ ਰਹੀਮ ਦੀ ਵੱਡੀ ਧੀ ਅਮਰਪ੍ਰੀਤ ਅਤੇ ਜਵਾਈ 18 ਮਈ 2020 ਨੂੰ ਵਿਦੇਸ਼ ਗਏ। ਡੇਰਾ ਛੱਡ ਕੇ ਲੰਡਨ ਪਹੁੰਚੀ ਅਮਰਪ੍ਰੀਤ ਨੇ ਉੱਥੋਂ ਆਪਣੇ ਸੰਦੇਸ਼ ਵਿੱਚ ਘਰ ਛੱਡਣ ਤੇ ਦੁੱਖ ਜ਼ਾਹਿਰ ਕੀਤਾ। ਅਮਰਪ੍ਰੀਤ ਨੇ ਟਵੀਟ ਕੀਤਾ ਕਿ ਮੇਰੇ ਸਾਰੇ ਪਰਿਵਾਰ ਵਾਲਿਆਂ ਨੇ ਮੇਰਾ ਸਮਰਥਨ ਕੀਤਾ। ਸਾਡੇ ਲਈ ਘਰ ਅਤੇ ਪਰਿਵਾਰ ਛੱਡਣਾ
ਬਹੁਤ ਮੁਸ਼ਕਲ ਸੀ। ਹਾਲਾਂਕਿ ਮੈਨੂੰ ਪਤਾ ਹੈ ਕਿ ਪਰਿਵਾਰ ਮੇਰੇ ਨਾਲ ਹੈ ਅਤੇ ਮੈਂ ਪਰਿਵਾਰ ਦੇ ਨਾਲ ਹਾਂ। ਵਾਹਿਗੁਰੂ ਸਭ ਦਾ ਭਲਾ ਕਰੇ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਮਰਥਕ ਹਨ ਜਾਂ ਨਫ਼ਰਤ ਕਰਨ ਵਾਲੇ, ਆਪਣੇ ਤਾਂ ਆਪਣੇ ਹੁੰਦੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।